ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 5ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਪੁਸ਼ਪਿੰਦਰ ਕੌਰ, ਮੈਂ ਭੁਪਿੰਦਰ ਸਿੰਘ ਭਾਈ ਖੇਲ। ਇਸ ਅੰਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5ਵੇਂ ਪੰਨੇ 'ਚ ਦਰਜ ਬਾਣੀ ਅਰਥਾਤ ਜਪਜੀ ਸਾਹਿਬ ਦੀਆਂ 22ਵੀਂ ਤੋਂ 26ਵੀਂ ਪੌੜੀ ਤੱਕ ਦੇ ਅਰਥ ਸਮਝਾਂਗੇ। ਪਿਛਲੀਆਂ ਪੌੜੀਆਂ ਵਿੱਚ ਅਸੀਂ ਬ੍ਰਹਮ ਦੇ ਬੇਅੰਤ ਪਸਾਰੇ ਬਾਰੇ ਜਾਣਿਆ ਕਿ ਇਸ ਪਸਾਰੇ ਦਾ ਬਿਆਨ ਕਰਨਾ ਸੰਭਵ ਨਹੀਂ, ਇਹ ਗਿਣਿਆ ਨਹੀਂ ਜਾ ਸਕਦਾ, ਅਸੰਖ ਹੈ। ਇਸ ਦਾ ਕੋਈ ਔਲਖ ਨਹੀਂ ਪਾਲ ਸਕਦਾ, ਇਸ ਦਾ ਅੰਤ ਨਹੀਂ ਹੈ। ਇਹ ਪਸਾਰਾ ਲੇਖੇ ਵਿੱਚ ਨਹੀਂ ਹੈ, ਇਹ ਪਸਾਰਾ ਅਮੁੱਲ ਹੈ, ਇਸ ਦਾ ਕੋਈ ਹਿਸਾਬ ਨਹੀਂ ਦੱਸ ਸਕਦਾ। ਇਸ ਜਗਤ ਪਸਾਰੇ ਨੂੰ ਲੈ ਕੇ ਗੁਰੂ ਸਾਹਿਬ ਨੇ 4 ਗੱਲਾਂ ਮੁੜ-ਮੁੜ ਦੁਹਰਾਈਆਂ ਹਨ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਅਤੇ ਚੌਥਾ ਤੂੰ ਸਦਾ ਸਲਾਮਤ ਨਿਰੰਕਾਰ। ਭਾਵ ਇਹ ਕਿ ਇਸ ਪਸਾਰੇ ਨੂੰ ਜੀਵ ਨਹੀਂ ਜਾਣ ਸਕਦਾ। ਹਾਂ, ਇਸ ਪਸਾਰੇ ਨੂੰ ਵੇਖ ਕੇ ਮਨੁੱਖ ਦੇ ਅੰਦਰੋਂ ਵਾਹ-ਵਾਹ ਦੀ ਵਿਸਮਾਦੀ ਧੁਨੀ ਪੈਦਾ ਹੁੰਦੀ ਹੈ। ਮਨੁੱਖ ਨੂੰ ਬ੍ਰਹਮ ਦੀ ਵਡਿਆਈ ਦਾ ਅਹਿਸਾਸ ਹੁੰਦਾ ਹੈ, ਸਿਫਤ ਸਲਾਹ ਦਾ ਉਮਾ ਉਪਜਦਾ ਹੈ। ਪਸਾਰਾ ਹੀ ਬ੍ਰਹਮ ਦਾ ਨਾਮ ਰੂਪ ਹੈ। ਇਹ ਸਾਰਾ ਵਿਸਮਾਦੀ ਪਸਾਰਾ ਵਾਹਿਗੁਰੂ ਨਾਮ ਹੈ। ਇਹ ਸਭ ਕੁਝ ਭਲੀ ਕਾਰ ਹੈ। ਇਨ੍ਹਾਂ ਪੌੜੀਆਂ ਰਾਹੀਂ ਪ੍ਰਗਟ ਕੀਤੇ ਖਾਸ ਵਿਚਾਰ ਬਾਰੇ ਡਾਕਟਰ ਤਾਰਨ ਸਿੰਘ ਦੇ ਜਪ ਦਰਸ਼ਨ ਵਿੱਚ ਦਿੱਤੇ ਨਿਰਣੇ ਨੂੰ ਇੱਥੇ ਰੱਖਣਾ ਚਾਹਾਂਗੇ ਕਿ ਭਗਤੀ ਇੱਕ ਮਾਨਸਿਕ ਦਸ਼ਾ ਹੈ, ਨਾ ਕਿ ਦਿਮਾਗੀ ਪੱਧਰ ਦੀ। ਦਿਮਾਗ ਤਾਂ ਇਹੋ ਜਿਹੇ ਸਵਾਲ ਪੈਦਾ ਕਰਦਾ ਹੈ ਕਿ ਸ੍ਰਿਸ਼ਟੀ ਕਦੋਂ ਬਣੀ, ਕਿੰਨੇ ਪਾਤਾਲ ਤੇ ਕਿੰਨੇ ਆਕਾਸ਼ ਹਨ, ਕੈਸਾ ਹੈ ਪਰਮਾਤਮਾ ਦਾ ਟਿਕਾਣਾ, ਕੀ ਹਨ ਪਰਮਾਤਮਾ ਦੀਆਂ ਬਖਸ਼ਿਸ਼ਾਂ। ਪਰ ਇਹ ਸਾਰੇ ਸਵਾਲ ਐਸੇ ਹਨ ਜਿਨ੍ਹਾਂ ਦਾ ਕੋਈ ਉੱਤਰ ਨਹੀਂ ਦੇ ਸਕਦਾ ਤੇ ਨਾ ਕੋਈ ਦੇ ਸਕੇਗਾ। ਪਰ ਭਗਤੀ ਇੱਕ ਵਿਸ਼ਵਾਸ ਦੀ ਦਸ਼ਾ ਹੈ। ਇਹ ਵਿਸ਼ਵਾਸ ਕਿ ਪਰਮਾਤਮਾ ਦਾ ਪਸਾਰਾ, ਉਸ ਦੀਆਂ ਸਿਫਤਾਂ, ਉਸ ਦੀਆਂ ਬਖਸ਼ਿਸ਼ਾਂ ਬੇਅੰਤ ਵੱਡੀਆਂ ਅਤੇ ਅਮੁੱਲ ਹਨ। ਦਿਮਾਗੀ ਘੋੜੇ ਦੌੜਾਉਣ ਵਾਲਿਆਂ ਵਰਗਾ ਹੀ ਇੱਕ ਹੋਰ ਵਰਗ ਵੀ ਹੈ। ਉਹ ਵੀ ਧਾਰਮਿਕ ਲੱਗਦਾ ਹੈ, ਭਗਤੀ ਕਰਦਾ ਦਿਸਦਾ ਹੈ। ਉਹ ਆਪਣੇ ਕੀਤੇ ਤੀਰਥ ਤਪ ਦਇਆ ਦਾ ਦਾਨ ਦੇ ਹੰਕਾਰ ਵਿੱਚ ਹੀ ਫਸਿਆ ਹੋਇਆ ਹੈ। ਉਹ ਇਹਨਾਂ ਕਰਮਾਂ ਦਾ ਫਲ ਮੰਗਦਾ ਹੈ। ਗੁਰੂ ਸਾਹਿਬ ਦਾ ਨਿਰਣਾ ਹੈ ਕਿ ਹਉਮੈ ਵਿੱਚ ਕਰਮ ਕਰਨ ਵਾਲਿਆਂ ਨੂੰ ਸਿਫਤ ਸਲਾਹ ਜਾਂ ਨਾਮ ਭਗਤੀ ਨਹੀਂ ਮਿਲਦੀ। ਇਹ ਲੋਕ ਅੱਗੇ ਗਿਆ ਨਾ ਸੋ ਹੈ। ਇਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ। ਪਰ ਅਸਲ ਭਗਤੀ ਭਾਵ ਵਾਲੇ ਉਹੀ ਜਨ ਹਨ ਜਿਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਭਗਤੀ ਅੰਤਰਗਤ ਤੀਰਥ ਤੇ ਇਸ਼ਨਾਨ ਕਰਕੇ ਖੁਦ ਨੂੰ ਪਵਿੱਤਰ ਬਣਾ ਕੇ ਰੱਖਦੀ ਹੈ। ਜਿਸ ਪਾਸ ਸੁਣਿਆ ਮੰਨਿਆ ਮਨ ਕੀਤਾ ਭਾਵ ਵਾਲੀ ਸਾਧਨਾ ਹੈ, ਅਰਥਾਤ ਜੋ ਉਸ ਦੀ ਸਿਫਤ ਸਲਾਹ ਵਿੱਚ ਜੁੜ ਕੇ ਸਿਮਰਨ, ਵਿਚਾਰ ਅਤੇ ਪ੍ਰੇਮ ਵਾਲੀ ਭਗਤੀ 'ਚ ਜੁੜੇ ਹੋਏ ਹਨ। ਇਹੀ ਲੋਕ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਇਸੇ ਵਿਚਾਰ ਨੂੰ ਹੋਰ ਵਿਸਤਾਰ ਵਿੱਚ ਅਗਲੀਆਂ ਪੌੜੀਆਂ ਵਿੱਚ ਰੱਖਿਆ ਗਿਆ ਹੈ। ਆਓ ਜਾਣਦੇ ਹਾਂ ਇੱਕ ਇੱਕ ਪੰਕਤੀ ਦੇ ਅਰਥ ਸਮਝ ਕੇ। ਪਾਤਾਲਾ ਪਾਤਾਲ ਲਖ ਆਗਾਸ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਬਾਤ। ਪਦ ਅਰਥ ਪਾਤਾਲਾ ਪਾਤਾਲ, ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ, ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ। ਓੜਕ ਅਖੀਰ, ਅੰਤ, ਅਖੀਰਲੇ ਬੰਨੇ। ਭਾਲ ਥਕੇ, ਭਾਲ ਭਾਲ ਕੇ ਥੱਕ ਗਏ ਹਨ। ਕਹਿਣ ਆਖਦੇ ਹਨ। ਇੱਕ ਬਾਤ, ਇੱਕ ਗੱਲ, ਇੱਕ ਜ਼ਬਾਨ ਹੋ ਕੇ। ਅਰਥ ਸਾਰੇ ਵੇਦ ਇੱਕ ਜ਼ੁਬਾਨ ਹੋ ਕੇ ਆਖਦੇ ਹਨ। ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ। ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਅਖੀਰਲੇ ਬੰਨਿਆਂ ਨੂੰ ਭਾਲ ਕਰਕੇ ਥੱਕ ਗਏ ਹਨ, ਪਰ ਲੱਭ ਨਹੀਂ ਸਕੇ। ਸਹਿਸ 18 ਕਹਿਣ ਕਦੇਬਾ ਅਸਲੂ ਇੱਕ ਦਾਤ, ਲੇਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਵਿਨਾਸ਼। ਪਦ ਅਰਥ ਸਹਿਸ 18, 18,000 ਆਲਮ। ਕਹਿਣ ਕਤੇਬਾ, ਕਤੇਬਾ ਆਖਦੀਆਂ ਹਨ। ਕਤੇਬਾ ਈਸਾਈ ਮਤ ਤੇ ਇਸਲਾਮ ਆਦਿਕ ਦੀਆਂ 4 ਕਿਤਾਬਾਂ, ਕੁਰਾਨ, ਅੰਜੀਲ, ਤੌਰੇਤ ਅਤੇ ਜ਼ਬੂਰ। ਅਸਲੂ ਮੁੱਢ, ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਇੱਕ ਧਾਤ, ਇੱਕ ਅਕਾਲ ਪੁਰਖ, ਪੈਦਾ ਕਰਨ ਵਾਲਾ। ਲੇਖਾ ਹੋਏ, ਜੇ ਲੇਖਾ ਹੋ ਸਕੇ, ਲਿਖੀਏ, ਲਿਖ ਸਕਦੇ ਹਾਂ। ਲੇਖੇ ਵਿਨਾਸ਼, ਲੇਖੇ ਦਾ ਖਾਤਮਾ, ਲੇਖੇ ਦਾ ਅੰਤ। ਅਰਥ ਮੁਸਲਮਾਨ ਤੇ ਈਸਾਈ ਆਦਿਕ ਦੀਆਂ 4 ਕਿਤਾਬਾਂ ਆਖਦੀਆਂ ਹਨ। ਕੁੱਲ 18,000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ।
ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ। ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਹੈ ਜੇ ਲੇਖਾ ਹੋ ਹੀ ਸਕੇ। ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ। ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖਾਤਮਾ ਹੋ ਜਾਂਦਾ ਹੈ। ਗਿਣਤੀ ਦੇ ਹਿੰਸੇ ਹੀ ਮੁੱਕ ਜਾਂਦੇ ਹਨ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਪਦ ਅਰਥ ਆਖੀਏ ਆਖੀਦਾ ਹੈ, ਕਹਿੰਦੇ ਆ ਜਿਸ ਅਕਾਲ ਪੁਰਖ ਨੂੰ ਆਪੇ, ਉਹ ਅਕਾਲ ਪੁਰਖ ਆਪ ਹੀ ਜਾਣੇ ਜਾਣਦਾ ਹੈ, ਆਪ ਆਪਣੇ ਆਪ ਨੂੰ, ਖੁਦ ਨੂੰ। ਅਰਥ ਹੈ ਨਾਨਕ, ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। ਭਾਵ ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲੱਗਿਆਂ ਹਜ਼ਾਰਾਂ ਜਾਂ ਲੱਖਾਂ ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲੱਗਿਆਂ ਗਿਣਤੀ ਦੇ ਹਿੰਸੇ ਹੀ ਮੁੱਕ ਜਾਂਦੇ ਹਨ। ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਹ ਪਵੈ ਸਮੁੰਦ ਨਾ ਜਾਣੀਏ। ਪਦ ਅਰਥ ਸਾਲਾ ਹੀ ਸਲਾਹੁਣ ਯੋਗ ਪਰਮਾਤਮਾ, ਸਲਾਹ ਸਿਰਫ ਸਲਾਹ ਕਰਕੇ, ਇਤੀ ਸੁਰਤ ਇਤਨੀ ਸਮਝ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ, ਨਾ ਪਾਈਆਂ ਕਿਸੇ ਨੇ ਨਹੀਂ ਪਾਈ, ਅਤੇ ਇਤੇ ਵਾਹ ਵਹਿਣ ਨਾਲੇ, ਪਵੈ ਪੈਂਦੇ ਹਨ, ਸਮੁੰਦਰ ਵਿੱਚ ਨਾ ਜਾਣੇ ਨਹੀਂ ਜਾਣੇ ਜਾਂਦੇ। ਉਹ ਨਦੀਆਂ ਤੇ ਨਾਲੇ ਫਿਰ ਵੱਖਰੇ ਪਛਾਣੇ ਨਹੀਂ ਜਾ ਸਕਦੇ, ਵਿੱਚੇ ਵਿੱਚ ਲੀਨ ਹੋ ਜਾਂਦੇ ਹਨ ਅਤੇ ਸਮੁੰਦਰ ਦੀ ਥਾਂ ਨਹੀਂ ਪਾ ਸਕਦੇ। ਅਰਥ ਸਲਾਹਣ ਯੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੱਡਾ ਵੱਡਾ ਹੈ। ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚੇ ਹੀ ਲੀਨ ਹੋ ਜਾਂਦੇ ਹਨ। ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ, ਪਰ ਫਿਰ ਵੱਖਰਿਓਂ ਪਛਾਣੇ ਨਹੀਂ ਜਾ ਸਕਦੇ, ਵਿੱਚੇ ਹੀ ਲੀਨ ਹੋ ਜਾਂਦੇ ਹਨ ਅਤੇ ਸਮੁੰਦਰ ਦੀ ਥਾਂ ਨਹੀਂ ਪਾ ਸਕਦੇ। ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਾਲਤਨ, ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਨ ਵਿਸਰੈ। ਪਦਾਰਥ ਸਮੁੰਦ ਸਾਹ ਸੁਲਤਾਨ, ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ, ਗਿਰਹਾ ਸੇਤੀ ਪਹਾੜਾਂ ਜਿਹੜੇ, ਤੁਲ ਬਰਾਬਰ, ਨਾ ਹੋਣੀ ਨਹੀਂ ਹੁੰਦੇ, ਤਿਸ ਮਨ ਹੋ ਉਹ ਕੀੜੀ ਦੇ ਮਨ ਵਿੱਚੋਂ, ਜੇ ਨਾ ਵਿਸਰੈ ਜੇ ਤੂੰ ਨਾ ਵਿਸਰ ਜਾਏ ਹੇ ਹਰੀ। ਅਰਥ ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ, ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜ ਜਿੱਡੇ ਧਨ ਪਦਾਰਥਾਂ ਦੇ ਢੇਰ ਹੋਣ, ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੇ। ਜੇ ਹੈ ਅਕਾਲ ਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰ ਜਾਏ। ਭਾਵ ਸੋ ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ, ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਕੋਈ ਫਾਇਦਾ ਹੀ ਨਹੀਂ। ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਸ਼ਾਹਾਂ ਪਾਤਸ਼ਾਹਾਂ ਦੀ ਵੀ ਪਰਵਾਹ ਨਹੀਂ ਕਰਦਾ। ਪ੍ਰਭੂ ਦੇ ਨਾਮ ਦੇ ਸਾਹਮਣੇ ਬੇਅੰਤ ਧਨ ਵੀ ਉਸ ਨੂੰ ਤੁੱਛ ਜਾਪਦਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨਵੰਤ। ਪਦ ਅਰਥ ਸਿਫਤੀ ਸਿਫਤਾਂ ਦਾ, ਕਹਿਣ ਨਾਲ, ਦੱਸਣ ਨਾਲ, ਕਰਨੇ ਬਣਾਈ ਹੋਈ ਕੁਦਰਤ ਦਾ, ਦੇਣ ਵਿੱਚ ਦਾਤਾਂ ਦੇਣ ਨਾਲ, ਵੇਖਣ ਤੇ ਸੁਣਨ ਨਾਲ, ਨਾ ਜਾਪੇ ਨਹੀਂ ਜਾਪਦਾ, ਨਹੀਂ ਪ੍ਰਤੀਤ ਹੁੰਦਾ, ਨਹੀਂ ਦਿਸਦਾ। ਮਨ ਅਕਾਲ ਪੁਰਖ ਦੇ ਮਨ ਵਿੱਚ, ਨੰਨੇ ਨੂੰ ਸਿਆਰੀ ਹੈ, ਮੰਤ ਤੱਤੇ ਨੂੰ ਓਂਕੜ, ਸਲਾਹ ਮੰਤ। ਅਰਥ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ। ਗਿਣਨ ਨਾਲ ਵੀ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਗਿਣੇ ਨਹੀਂ ਜਾ ਸਕਦੇ। ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ, ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਪਾਰਾਵਾਰ। ਪਦ ਅਰਥ ਕੀਤਾ ਬਣਾਇਆ ਹੋਇਆ, ਆਕਾਰ ਇਹ ਜਗਤ ਜੋ ਦਿਸ ਰਿਹਾ ਹੈ, ਪਾਰਾਵਾਰ ਪਰਲਾ ਤੇ ਉਰਲਾ ਬੰਨਾ, ਪਾਰਾਵਾਰ ਉਰਵਾਰ ਪਾਰ, ਪਰਲਾ ਤੇ ਉਰਲਾ ਬੰਨਾ। ਅਰਥ ਅਕਾਲ ਪੁਰਖ ਨੇ ਇਹ ਜਗਤ ਜੋ ਦਿਸ ਰਿਹਾ ਹੈ ਬਣਾਇਆ ਹੈ, ਪਰ ਇਸ ਦਾ ਅਖੀਰ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿਸਦਾ। ਅੰਤ ਕਾਰਨ ਕਹਤੇ ਬਿੱਲਾ ਹੈ ਤਾਂ ਕਿ ਅੰਤ ਨ ਪਾਏ ਜਾਏ। ਪਦ ਅਰਥ ਅੰਤ ਕਾਰਨ ਹੱਦ ਬੰਨਾ ਲੱਭਣ ਲਈ, ਅੰਤ ਪਾਉਣ ਲਈ। ਕਿਤੇ ਕਈ ਮਨੁੱਖ ਬਿਲਲਾ ਹੈ ਬਿਲਖਦੇ ਹਨ, ਤਰਲੇ ਲੈਂਦੇ ਹਨ, ਤਾਂ ਕਿ ਅੰਤ ਉਸ ਅਕਾਲ ਪੁਰਖ ਤੇ ਹੱਦ ਬੰਨੇ ਨਾ ਪਾਏ ਜਾਏ, ਲੱਭੇ ਨਹੀਂ ਜਾ ਸਕਦੇ।
ਕਈ ਮਨੁੱਖ ਪਰਮਾਤਮਾ ਦਾ ਹੱਥ ਬੰਨਾ ਲੱਭਣ ਲਈ ਤਰਲੇ ਲੈ ਰਹੇ ਸਨ, ਪਰ ਉਸਦੇ ਹੱਥ ਬੰਨੇ ਨਹੀਂ ਲੱਭੇ ਜਾ ਸਕਦੇ। ਇਹ ਉਹ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਪਦਾਰਥ ਇਹ ਅੰਤ, ਇਹ ਹੱਦ ਬੰਨਾ ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ। ਬਹੁਤਾ ਕਹੀਏ, ਜਿਉਂ-ਜਿਉਂ ਅਕਾਲ ਪੁਰਖ ਨੂੰ ਵੱਡਾ ਆਖਦੇ ਜਾਈਏ, ਜਿਉਂ-ਜਿਉਂ ਉਸਦੇ ਗੁਣ ਕਰਨ ਕਥਨ ਕਰੀ ਜਾਈਏ, ਬਹੁਤਾ ਹੋਏ ਤਿਉਂ ਉਹ ਹੋਰ ਵੱਡਾ ਪ੍ਰਤੀਤ ਹੋਣ ਲੱਗਦਾ ਹੈ। ਅਰਥ ਅਕਾਲ ਪੁਰਖ ਦੇ ਗੁਣਾਂ ਦਾ ਇਹ ਹੱਦ ਬੰਨਾ ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ। ਜਿਉਂ-ਜਿਉਂ ਇਹ ਗੱਲ ਆਖੀ ਜਾਈਏ, ਉਹ ਉਨਾ ਹੀ ਵੱਡਾ ਹੈ, ਤਿਉਂ-ਤਿਉਂ ਉਹ ਹੋਰ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਪਦਾਰਥ ਥਾਓ ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ, ਉੱਚੇ ਉੱਪਰ ਉੱਚਾ, ਉੱਚੇ ਤੋਂ ਵੀ ਉੱਚਾ, ਬਹੁਤਾ ਉੱਚਾ। ਨਾਉ ਨਾਮਣਾ ਵਡਿਆਈ, ਏਵੜ ਐਨਾ ਵੱਡਾ, ਹੋਵੇ ਕੋਏ ਜੇ ਕੋਈ ਮਨੁੱਖ ਹੋਵੇ, ਤਿਸ ਉੱਚੇ ਕੋ ਤਾਂ ਉਸ ਉੱਚੇ ਅਕਾਲ ਪੁਰਖ ਨੂੰ, ਸੋਏ ਉਹ ਮਨੁੱਖ ਹੀ। ਅਰਥ ਅਕਾਲ ਪੁਰਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ, ਉਸ ਦਾ ਨਾਮਣਾ ਵੀ ਉੱਚਾ ਹੈ। ਜੇ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੇਵੜ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। ਪਦਾਰਥ ਜੇਵੜ ਜਿਹੜਾ ਵੱਡਾ, ਜਾਣੇ ਜਾਣਦਾ ਹੈ, ਆਪ ਕੇਵਲ ਆਪ ਹੀ, ਖੁਦ ਹੀ, ਉਸ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਨਦਰੀ ਮਿਹਰ ਦੀ ਨਜ਼ਰ ਕਰਨ ਵਾਲਾ ਹਰੀ, ਕਰਮੀ ਕਰਮ ਨਾਲ, ਬਖਸ਼ਿਸ਼ ਨਾਲ, ਦਾਤ ਬਖਸ਼ਿਸ਼। ਅਰਥ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿੱਡਾ ਵੱਡਾ ਹੈ। हे ਨਾਨਕ, ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਹੀ ਬਖਸ਼ਿਸ਼ ਨਾਲ ਮਿਲਦੀ ਹੈ। ਭਾਵ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਵੀ ਬੇਅੰਤ ਹੈ। ਜਿਉਂ-ਜਿਉਂ ਉਸ ਦੇ ਗੁਣਾਂ ਵੱਲ ਧਿਆਨ ਮਾਰੀਏ, ਉਹ ਹੋਰ ਵੱਡਾ ਪ੍ਰਤੀਤ ਹੋਣ ਲੱਗਦਾ ਹੈ। ਜਗਤ ਵਿੱਚ ਨਾ ਕੋਈ ਉਸ ਪ੍ਰਭੂ ਜਿਹਾ ਵੱਡਾ ਹੈ, ਅਤੇ ਇਸ ਵਾਸਤੇ ਨਾ ਹੀ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿੰਨਾ ਵੱਡਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਪਦਾਰਥ ਕਰਮ ਯਾਨੀ ਬਖਸ਼ਿਸ਼, ਤਿਲ ਯਾਨੀ ਤਿਲ ਜਿੰਨੀ ਵੀ, ਤਮਾਏ ਤਮਾ ਲਾਲਚ ਤ੍ਰਿਸ਼ਨਾ, ਦਾਤਾ ਦਾਤਾਂ ਦੇਣ ਵਾਲਾ। ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਵੀ ਲਾਲਚ ਨਹੀਂ। ਉਸ ਦੀ ਬਖਸ਼ਿਸ਼ ਐਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਹੀ ਨਹੀਂ ਜਾ ਸਕਦੀ। केते मंगे जोध अपार, केत्या गणत नहीं विचार, केते खप टूटे बेकार। पदार्थ केते कई, जोध अपार, अपार जोधे अणगिणत सूर में, मंगह मंगदे हन, गणत गिनती, केत्या कईयां दी, वेकार विकारां विच, खप टुटे खप खप के नाश होंदे हन। ਅਰਥ ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਕੀਤੀ ਜਾ ਸਕਦੀ, ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ। ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਖਪ ਕੇ ਨਾਸ ਹੁੰਦੇ ਹਨ। केते लैला मुकर पाए, केते मूर्ख खाही खाए। पदार्थ केते बेअंत जीव मुकर पाए, मुकर जाते हैं, मुकर पैंदे हैं, खाहे खाते हैं, खाई जाते हैं। मुकरना है, तो इसलिए दो एग्जाम्पल दिते हैं। तू देख है हो मुकर पाऊँ, सब कुछ सुनदा वेखदा क्यों मुकर पाया जाए। ध्यान दिओ, इन्हां दोहां तुकां दे विच लफ्ज़ मुकर है, मतलब ररे हेठा ओंकर है। दोहां दे अर्थ इक्को ही हैं, मुकरना ही है, लेकिन मुकर ररे उपर स्यारी, उसका भी अर्थ यही। ਬੇਅੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁੱਕਰ ਪੈਂਦੇ ਹਨ। ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ। ਅਨੇਕਾਂ ਮੂਰਖ ਪਦਾਰਥ ਲੈ ਕੇ ਖਾਈ ਹੀ ਜਾਂਦੇ ਹਨ, ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ। केत्या दुख भूख सदमार, ए भी दात तेरी दातार। केत्या कई जीवां नूं दुख, कई दुख कलेश, भुख भाव खाण नूं नहीं मिलदा, सदा ਦਾਤ ਬਖਸ਼ਿਸ਼, ਦਾਤਾਰ हे ਦੇਵਨਹਾਰ ਅਕਾਲ ਪੁਰਖ। ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ, ਪਰ हे ਦੇਣਹਾਰ ਅਕਾਲ ਪੁਰਖ, ਇਹ ਵੀ ਤੇਰੀ ਬਖਸ਼ਿਸ਼ ਹੀ ਹੈ
ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕਿਆ ਕੋਏ। ਬੰਦ ਬੰਦੀ ਤੋਂ ਮਾਇਆ ਦੇ ਮੋਹ ਤੋਂ, ਖਲਾਸੀ ਮੁਕਤੀ ਛੁਟਕਾਰਾ, ਭਾਣੇ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆ ਹੋਏ ਹੁੰਦਾ ਹੈ। ਹੋਰ ਭਾਣੇ ਦੇ ਉਲਟ ਕੋਈ ਹੋਰ ਤਰੀਕਾ, ਕੋਈ ਮਨੁੱਖ। ਤੇ ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ। ਭਾਵ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ। ਜੇ ਕੋ ਖਾਏ ਕੇ ਅਖਣ ਪਾਏ, ਉਹ ਜਾਣੇ ਜੇਤੀਆ ਮੋਹ ਖਾਏ। ਖਾਇਕ ਯਾਨੀ ਕੱਚਾ ਮਨੁੱਖ, ਮੂਰਖ। ਖਾਇਕ ਮੂਰਖ। ਆਖਣ ਪਾਏ, ਆਖਣ ਦਾ ਯਤਨ ਕਰੇ, ਭਾਵ ਮੋਹ ਤੋਂ ਛੁਟਕਾਰੇ ਦਾ ਹੋਰ ਕੋਈ ਵਸੀਲਾ ਦੱਸਣ ਦਾ ਯਤਨ ਕਰੇ, ਉਹ ਮੂਰਖ ਹੀ ਜਿਤਨੀਆਂ ਚੋਟਾਂ ਮੂੰਹ ਉੱਪਰ ਖਾਂਦਾ ਹੈ। ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਤਾਂ ਉਹੀ ਜਾਣਦਾ ਹੈ ਕਿ ਜਿਤਨੀਆਂ ਚੋਟਾਂ ਇਸ ਮੂਰਖਤਾ ਦੇ ਕਾਰਨ ਉਹ ਆਪਣੇ ਮੂੰਹ ਤੇ ਖਾਂਦਾ ਹੈ। ਭਾਵ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿੱਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੇਕ ਦੁਖੀ ਹੁੰਦਾ ਹੈ। ਆਪੇ ਜਾਣੇ ਆਪੇ ਦੇ, ਆਖੇ ਸੇ ਵੀ ਕਈ ਕੇ। ਦੇ ਦਿੰਦਾ ਹੈ, ਆਖੇ ਆਖਦੇ ਹਨ, ਸੇ ਵੀ ਇਹ ਗੱਲ ਵੀ ਕਈ ਕੇ ਕੋਈ ਮਨੁੱਖ। ਸਾਰੇ ਨਾਸ਼ੁਕਰੇ ਹੀ ਨਹੀਂ ਹਨ, ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦਿੰਦਾ ਹੈ। ਜਿਸਨੋਂ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ। ਜਿਸ ਮਨੁੱਖ ਨੂੰ ਨਾਨਕ, ਹੇ ਨਾਨਕ, ਪਾਤਸ਼ਾਹਾਂ ਦੇ ਪਾਤਸ਼ਾਹ। ਹੇ ਨਾਨਕ, ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ਦਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਸਿਫਤ ਸਲਾਹ ਹੀ ਸਭ ਤੋਂ ਉੱਚੀ ਦਾਤ ਹੈ। ਭਾਵ ਪ੍ਰਭੂ ਕਿੰਨਾ ਵੱਡਾ ਹੈ ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖਸ਼ਿਸ਼ ਹੀ ਇੰਨੀ ਵੱਡੀ ਹੈ ਕਿ ਲਿਖਣ ਵਿੱਚ ਨਹੀਂ ਲਿਆਈ ਜਾ ਸਕਦੀ। ਜਗਤ ਵਿੱਚ ਜੋ ਵੱਡੇ ਦਿਸਦੇ ਹਨ ਇਹ ਸਭ ਪ੍ਰਭੂ ਦੇ ਦਰ ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇੰਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੇ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇ ਹੀ ਜਾਂਦਾ ਹੈ। ਪਰ ਜੀਵ ਦੀ ਮੂਰਖਤਾ ਤਾਂ ਦੇਖੋ, ਦਾਤਾਂ ਵਰਤਦਾ ਹੈ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪੈ ਜਾਂਦਾ ਹੈ ਅਤੇ ਕਈ ਦੁੱਖ ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ ਕਲੇਸ਼ ਵੀ ਪ੍ਰਭੂ ਦੀ ਦਾਤ ਹੀ ਤਾਂ ਹੈ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਮੁੜ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫਤ ਸਲਾਹ ਸਭ ਤੋਂ ਉੱਚੀ ਦਾਤ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਅਮੋਲਕ, ਜਿਸ ਦਾ ਮੁੱਲ ਨਾ ਪੈ ਸਕੇ। ਗੁਣ ਅਕਾਲ ਪੁਰਖ ਦੇ ਗੁਣ। ਵਪਾਰੀਏ, ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਵਾਲੇ। ਭੰਡਾਰ, ਖਜ਼ਾਨੇ। ਆਵੇ, ਜੋ ਮਨੁੱਖ ਇਸ ਵਪਾਰ ਲਈ ਆਉਂਦੇ ਹਨ। ਲੈ ਜਾਏ, ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ। ਪਾਏ, ਭਾਵ ਵਿੱਚ, ਪ੍ਰੇਮ ਵਿੱਚ। ਸਮਾਹੇ, ਅਕਾਲ ਪੁਰਖ ਵਿੱਚ ਸਮਾ ਜਾਂਦੇ ਹਨ, ਲੀਨ ਹਨ, ਸਮਾਏ ਹੋਏ ਹਨ। ਅਕਾਲ ਪੁਰਖ ਦੇ ਗੁਣ ਅਮੋਲਕ ਹਨ, ਭਾਵ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ। ਇਹਨਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਦੇ ਹਨ। ਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ। ਉਹ ਵੀ ਵੱਡੇ ਭਾਗਾਂ ਵਾਲੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ। ਜੋ ਮਨੁੱਖ ਉਸ ਅਕਾਲ ਪੁਰਖ ਵਿੱਚ ਲੀਨ ਹੋਏ ਹਨ ਉਹ ਵੀ ਅਮੋਲਕ ਹਨ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫੁਰਮਾਨ। ਧਰਮ ਯਾਨੀ ਨਿਯਮ ਕਾਨੂੰਨ, ਦੀਵਾਨ ਕਚਹਿਰੀ, ਰਾਜ ਦਰਬਾਰ, ਤੁਲ ਤੋਲ ਤੱਕੜ, ਪਰਵਾਨ ਪ੍ਰਮਾਣ ਤੋਲਣ ਵਾਲਾ ਵੱਟਾ, ਬਖਸ਼ੀਸ਼ ਰਹਿਮਤ ਦਇਆ, ਨਿਸ਼ਾਨ ਅਕਾਲ ਪੁਰਖ ਦੀ ਬਖਸ਼ਿਸ਼ ਦਾ ਨਿਸ਼ਾਨ, ਕਰਮ ਯਾਨੀ ਬਖਸ਼ਿਸ਼ ਰਹਿਮਤ, ਫਰਮਾਨ ਹੁਕਮ, ਅਮੁੱਲ ਅੰਦਾਜ਼ਿਆਂ ਤੋਂ ਪਰੇ ਅਮੁੱਲ। ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੋਲਕ ਹਨ। ਉਹ ਤੱਕੜੀ ਅਮੋਲਕ ਹੈ, ਉਹ ਵੱਟਾ ਅਮੋਲਕ ਹੈ ਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਉਹ ਤੋਲਦਾ ਹੈ।
ਉਸ ਦੀ ਬਖਸ਼ਿਸ਼ ਤੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ, ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ। अमूल्यो अमूल आख्या न जाए, आँख आँख रहे लिवलाए। अमूल्यो अमूल, अमोलक ही अमोलक, अंदाज़ियाँ तो परे, आँख आँख अंदाज़ा ला ला के कह के रहे रह गए, थक गए, लिव लाए लिव ला के ध्यान जोड़ के। ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਜੋ ਮਨੁੱਖ ਧਿਆਨ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ, ਉਹ ਅੰਤ ਨੂੰ ਰਹਿ ਜਾਂਦੇ ਹਨ। आखे वेद पाठ पुराण, आखे पढ़े करे विख्यान, आखे बरमे आखे इंद, आखे गोपी ते गोविंद। पद अर्थ आखे आख रहे हैं, वर्णन करते हैं। वेद पाठ, वेदां दे पाठ, वेदां दे मंत्र पढ़े हुए मनुख विद्वान करह वख्यान करते हैं, उपदेश करते हैं, होरनां नूं सुणाउंदे हैं। बरमे कई ब्रह्मा, इंद्र देवते ਅਤੇ ਗੋਵਿੰਦ ਕਈ ਕਾਨ ਨੇ ਕ੍ਰਿਸ਼ਨ। ਵੇਦਾਂ ਦੇ ਮੰਤਰ ਤੇ ਪੁਰਾਣ ਵੀ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਵਿਦਵਾਨ ਮਨੁੱਖ ਵੀ ਜੋ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ, ਅਕਾਲ ਪੁਰਖ ਦਾ ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੂਰਨਰ ਮੁੰਡਨ ਸੇਵ। ईश्वर यानी शिव, केते बेअंत कई, कीते अकाल पुरख ने पैदा कीते शुद्ध बुद्ध महात्मा बुद्ध, दानव राक्षस दैत, देव देवते, सुर नर सुरां दे सुभाव वाले मनुख, मुनिजन मुनि लोग, सेव सेवक। अर्थ ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਕਸ਼ ਤੇ ਦੇਵਤਾ ਸੁਭਾਅ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। केते आखे आखण पाए, केते कह कह उठ जाए, एते कीते होर करे है, तां आख न सके के। पदार्थ केते कई जीव आखण पाए, आखण दा जतन करते हैं। कह के आख के अकाल पुरख दा मुल पा के, अकाल पुरख दा अंदाज़ा लगा के उठ जाए, इस जहान तो उठ जाते हैं, चले जा रहे हैं। एते कीते इतने जीव पैदा कीते हुए हन, होर बेअंत जीव करे जे तू पैदा कर देवें हे हरि, ता भी ना केई के कोई भी मनुख नहीं आख सकते हैं, कह सकते हैं। ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ। ਬੇਅੰਤ ਜੀਵ ਅੰਦਾਜ਼ਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿੱਚ ਇਤਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ। ਪਰ हे ਹਰੀ, ਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦੇਵੇਂ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ। जेवड़ पावे तेवड़ होए, नानक जाने साचा सोए, जे को आख्या बोल बिगाड़, तां लिखिया सिर गवारा गवार। जेवड़ जिन्ना वड्डा, भावे चाहुंदा है पाउंदा है, तेवड़ उन्ना वड्डा, साचा सोए ओ सदा स्थिर रहन वाला अकाल पुरख ओ सच्चा। बोल बिगाड़, बोली बाज या बड़बोला, बिगड़े हुए बोल बोलने वाला, लिखिए ओह बड़बोला लिखिया जाता है। सिर गवारा गवार, गवारां दे सिर ते गवार, मूर्खां सिर महामूर्ख। हे नानक, परमात्मा जितना चाਹੁੰਦਾ है उतना ही ਵੱਡਾ ਹੋ ਜਾਂਦਾ ਹੈ, ਆਪਣੀ ਕੁਦਰਤ ਵਧਾ ਲੈਂਦਾ ਹੈ। ਉਹ ਸਦਾ ਸਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ ਤਾਂ ਉਹ ਮਨੁੱਖ ਮੂਰਖਾਂ ਸਿਰ ਮੂਰਖ ਗਿਣਿਆ ਜਾਂਦਾ ਹੈ। ਭਾਵ जगत विच बेअंत विद्वान हो चुके हैं ते पैदा होंदे रहणगे, पर ना अजे तक कोई मनुख लेखा कर सकिया है ते ना ही अगाह नूं कोई कर सकेगा कि प्रभु विच कितनियां वडियाईयां हन ते ओह कितनियां बख्शिशां जीवां उत्ते कर रहा। बेअंत हन उसदे गुण, बेअंत हन उसदियां दातां। इस भेत नूं उस प्रभु तो बिना कोई नहीं जानदा। यह कम मनुख दी ताकत तो बहुत परे दा है। उस मनुख नूं होछा जानो, गवारां सिर गवार,
ਜੋ ਪ੍ਰਭੂ ਦੇ ਗੁਣਾਂ ਅਤੇ ਦਾਤਾਂ ਦਾ ਹੱਦ ਬੰਨਾ ਉਸ ਦੇ ਲਿਮਿਟਸ ਨੂੰ ਲੱਭਣ ਦਾ ਦਾਅਵਾ ਕਰਦਾ ਹੈ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹਿ ਦਿਲੋਂ ਆਪ ਸਭ ਦਾ ਧੰਨਵਾਦ। ਤੁਸੀਂ ਬੜੇ ਹੀ ਧਿਆਨ ਨਾਲ ਸੁਣਿਆ, ਦੇਖਿਆ। ਵਾਹਿਗੁਰੂ ਬਖਸ਼ਿਸ਼ਾਂ ਕਰੇ, ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਵੀਡੀਓ? ਆਪਣੇ ਵਿਚਾਰ ਸੁਝਾਅ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।